वैसे तो इस दुनिया में एक ही नाम के बहुत सारे इंसान होते हैं, है ना, पर आपका काम ही आपकी पहचान होती है ना। नाम तो पहचान नहीं होती, ਤੁਹਾਡੇ ਕੰਮ ਤੋਂ ਤੁਹਾਡੀ ਪਹਿਚਾਨ ਹੁੰਦੀ ਹੈ। ਇਸ ਬਿਜ਼ਨਸ ਦੀ ਸਭ ਤੋਂ ਅੱਛੀ ਖਾਸੀਅਤ ਇਹ ਹੈ ਕਿ ਇਸ ਬਿਜ਼ਨਸ ਦੇ ਵਿੱਚ ਤੁਹਾਡਾ ਕੋਈ ਵੀ ਬੌਸ ਨਹੀਂ ਹੈ, ਹੈ ਨਾ। ਸੈਕੰਡ ਥਿੰਗ, ਇਹਦੇ ਵਿੱਚ ਕੋਈ ਟਾਰਗੇਟਸ ਨਹੀਂ ਹੈ, ਤੁਸੀਂ ਕੋਈ ਟਾਰਗੇਟਸ ਨਹੀਂ ਪੂਰੇ ਕਰਨੇ। ਜਿੰਨਾ ਤੁਸੀਂ ਕੰਮ ਕਰੋਗੇ ਉਹਦੇ ਅਕੋਰਡਿੰਗ ਤੁਹਾਨੂੰ ਅਰਨਿੰਗਸ ਆਣੀਆਂ ਸ਼ੁਰੂ ਹੋ ਜਾਣਗੀਆਂ। ਸਿਆਣੇ ਕਹਿੰਦੇ ਨੇ ਅੱਖਾਂ ਗਈਆਂ ਤੇ ਜਹਾਨ ਗਿਆ, ਜੀਭ ਗਈ ਤੇ ਸਵਾਦ ਗਿਆ। ਜੀ ਦਰਸ਼ਕੋ, ਇਹ ਦੋਨੋਂ ਚੀਜ਼ਾਂ ਸਾਡੀ ਸਿਹਤ ਦੇ ਨਾਲ ਸੰਬੰਧਿਤ ਨੇ ਤੇ ਚੰਗੀ ਸਿਹਤ ਰੱਖਣ ਲਈ ਸਾਨੂੰ ਚੰਗਾ ਭੋਜਨ ਅਤੇ ਨਾਲ ਦੀ ਨਾਲ ਸਾਨੂੰ ਜਿਹੜੀ ਆ ਉਹ ਕਸਰਤ ਕਰਨੀ ਜਿਹੜੀ ਆ ਉਹ ਜ਼ਰੂਰੀ ਹੈ। ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ ਮਿਸਿਸ ਸੀਰਤ। ਮੈਂ ਚਾਹੁੰਦੀ ਹਾਂ ਕਿ ਮਿਸਿਸ ਸੀਰਤ ਸਾਨੂੰ ਆਪ ਹੀ ਆਪਣੀ ਜਿਹੜੀ ਜਾਣਕਾਰੀ ਆ ਉਹ ਦੇਣ, ਕਿਉਂਕਿ ਮੇਰੇ ਕੋਲੋਂ ਬਹੁਤ ਸਾਰੀਆਂ ਤਾਰੀਫਾਂ ਨੇ ਤੁਹਾਡੀਆਂ। ਮੈਂ ਕਿੰਨੀਆਂ ਕੁ ਦੱਸਾਂ ਆਪਣੇ ਦਰਸ਼ਕਾਂ ਨੂੰ। ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਕੋਲੋਂ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕਿੱਦਾਂ ਬਿਜ਼ਨਸ ਸਟਾਰਟ ਕੀਤਾ ਐਜ਼ ਆ ਫੀਮੇਲ। ਬਿਲਕੁਲ, ਥੈਂਕ ਯੂ ਬਬੀਤਾ ਜੀ ਮੈਨੂੰ ਇੰਟਰੋਡਿਊਸ ਕਰਨ ਦੇ ਲਈ। ਔਰ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਚਾਹਾਂਗੀ ਹਰਜਸ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੀ ਜਰਨੀ ਸ਼ੇਅਰ ਕਰਨ ਦਾ। ਔਰ ਜਿੱਦਾਂ ਤੁਸੀਂ ਪੁੱਛਿਆ, ਮੈਂ ਆਪਣੇ ਬਾਰੇ ਦੱਸਣਾ ਤਾਂ ਮਾਈ ਨੇਮ ਇਜ਼ ਸੀਰਤ। ਆਲਮੋਸਟ ਮੈਨੂੰ 6 ਇਅਰਸ ਹੋ ਚੁੱਕੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ। ਔਰ ਮੈਂ ਐਜ਼ ਅ ਹੈਲਥ ਕੋਚ ਬਹੁਤ ਸਾਰੇ ਲੋਕਾਂ ਦੀ ਵਰਲਡ ਵਾਈਡ ਹੈਲਪ ਕਰ ਰਹੀ ਹਾਂ। ਔਰ ਜਿੱਦਾਂ ਕਹਿੰਦੇ ਕਿ ਜਦੋਂ ਆਪਾਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹਾਂ, ਹੈ ਨਾ, ਤਾਂ ਸਭ ਤੋਂ ਪਹਿਲੇ ਆਪਾਂ ਨੂੰ ਖੁਦ ਫਿੱਟ ਹੋਣਾ ਚਾਹੀਦਾ। ਤਾਂ ਸਭ ਤੋਂ ਪਹਿਲੇ ਮੈਂ ਆਪਣੀ ਸਿਹਤ ਦੇ ਉੱਪਰ ਕੰਮ ਕੀਤਾ। ਔਰ ਮੈਂ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਦੇ ਹੋਏ ਔਰ ਆਪਣੇ ਰੂਟੀਨ ਦੇ ਵਿੱਚ ਐਕਸਰਸਾਈਜ਼ ਐਡ ਔਨ ਕਰਦੇ, ਕਿਉਂਕਿ ਨਾਰਮਲੀ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਣੀ ਆਦਤ ਨਹੀਂ ਹੁੰਦੀ ਹੈ, ਹੈ ਨਾ, ਰੋਜ਼ ਐਕਸਰਸਾਈਜ਼ ਕਰਨਾ। ਔਰ ਜਾਂ ਆਪਣਾ ਨਾਰਮਲੀ ਰੂਟੀਨ ਹੁੰਦਾ ਕਿ ਜਦੋਂ ਭੁੱਖ ਲੱਗੀ ਖਾ ਲਿਆ, ਹੈ ਨਾ, ਔਰ ਜੋ ਬਣਿਆ ਉਹ ਖਾ ਲਿਆ, ਹੈ ਨਾ। ਨਿਊਟ੍ਰੀਸ਼ਨ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ, ਸਿਹਤ ਨੂੰ ਕੀ ਚਾਹੀਦਾ ਉਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ। ਸੋ ਸਭ ਤੋਂ ਪਹਿਲੇ ਮੈਂ ਇਸ ਫੀਲਡ ਦੇ ਵਿੱਚ ਜਦੋਂ ਮੇਰਾ ਸਟਾਰਟਿੰਗ ਸੀਗਾ ਤਾਂ ਸਭ ਤੋਂ ਪਹਿਲੇ ਮੈਂ ਸਿੱਖਿਆ, ਹੈ ਨਾ, ਕਿ ਕਿੱਦਾਂ ਆਪਣੀ ਸਿਹਤ ਨੂੰ ਠੀਕ ਕਰਨਾ ਹੈ। ਔਰ ਮੈਂ ਨੌਲੇਜ ਲਈ, ਡੀਪ ਨੌਲੇਜ ਲਈ ਜੀ। ਔਰ ਜਿਹੜਾ ਤੁਹਾਡਾ ਇਹ ਬਿਜ਼ਨਸ ਆ, ਜਿਹੜਾ ਮੈਮ ਤੁਸੀਂ ਬਿਜ਼ਨਸ ਹੁਣ ਰਨ ਕਰ ਰਹੇ ਆ, ਇਹ ਬਿਜ਼ਨਸ ਹੈਲਥ ਨਾਲ ਸੰਬੰਧਿਤ ਆ ਜਾਂ ਤੁਸੀਂ ਕਿੱਦਾਂ ਇਹ ਬਿਜ਼ਨਸ ਸਟਾਰਟ ਕੀਤਾ? ਤੁਹਾਡੇ ਦਿਮਾਗ ਵਿੱਚ ਕਦੋਂ ਇਹ ਪਲਾਨ ਆਇਆ ਕਿ ਮੈਂ ਬਿਜ਼ਨਸ ਕਰਾਂ, ਹੈ ਨਾ, ਕਿਹੜੀ ਉਮਰ ਦੇ ਵਿੱਚ ਆਇਆ? ਪਲੀਜ਼ ਮੇਰੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਜੀ। ਦੇਖੋ, ਸਭ ਤੋਂ ਪਹਿਲੇ ਮੈਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਸੀਗੇ ਸਟਾਰਟਿੰਗ 'ਚ। ਔਰ ਮੇਰੇ ਹੈਲਥ ਇਸ਼ੂਜ਼ ਸਾਰੇ ਕਿਉਰ ਹੋਏ ਨੇ ਜਦੋਂ ਕਿ ਅਸੀਂ ਕਲੇਮ ਨਹੀਂ ਕਰਦੇ ਹਾਂ, ਹੈ ਨਾ, ਕਿ ਤੁਹਾਡੀ ਪ੍ਰੋਬਲਮ ਠੀਕ ਹੁੰਦੀ ਹੈ। ਔਰ ਮੈਂ ਆਪਣੀ ਬੋਡੀ ਟਰਾਂਸਫੋਰਮੇਸ਼ਨ ਕੀਤੀ। ਮੈਨੂੰ ਖਾਧਾ ਪੀਤਾ ਲੱਗਦਾ ਨਹੀਂ ਸੀਗਾ, ਬਹੁਤ ਜ਼ਿਆਦਾ ਅੰਡਰਵੇਟ ਸੀਗੀ। ਔਰ ਸਭ ਤੋਂ ਪਹਿਲੇ ਮੈਂ ਆਪਣੀ ਪਰਸਨੈਲਿਟੀ ਨੂੰ ਚੇਂਜ ਕੀਤਾ। ਮੈਂ ਆਲਮੋਸਟ ਹੁਣ ਤੱਕ ਆਪਣਾ ਹੈਲਦੀ 15 kg ਮਸਲਸ ਵੇਟ ਗੇਨ ਕੀਤਾ, ਜਿਹਦੇ ਨਾਲ ਮੇਰੀ ਪਰਸਨੈਲਿਟੀ ਚੇਂਜ ਹੋਈ। ਔਰ ਉਸ ਟਾਈਮ ਮੈਂ ਸਟੂਡੈਂਟ ਸੀਗੀ, ਮੈਂ MBA ਕਰ ਰਹੀ ਸੀਗੀ। ਔਰ MBA ਦੇ ਡਿਊਰਿੰਗ ਮੈਂ ਇਸ ਇੰਡਸਟਰੀ ਦੇ ਨਾਲ ਇੰਟਰੋਡਿਊਸ ਹੋਈ ਸੀ। ਔਰ ਸਟਾਰਟਿੰਗ ਦੇ ਵਿੱਚ ਕੀ ਸੀਗਾ ਕਿ ਘਰ ਦੀਆਂ ਕੰਡੀਸ਼ਨਸ ਬਹੁਤ ਜ਼ਿਆਦਾ ਖਰਾਬ ਸੀਗੀਆਂ। ਜਦੋਂ ਮੈਂ ਇਸ ਇੰਡਸਟਰੀ ਦੇ ਵਿੱਚ ਆਈ ਹਾਂ, ਮੇਰੇ ਰੀਅਲ ਸਿਸਟਰ ਦੀ ਡੈਥ ਹੋ ਗਈ ਸੀ, ਉਹਨਾਂ ਨੂੰ ਅਸੀਂ ਬਾਹਰ ਭੇਜ ਰਹੇ ਸੀਗੇ। ਪੂਰਾ ਘਰ ਦਾ ਜਿੰਨਾ ਵੀ ਸੇਵਿੰਗ ਸੀਗੀ, ਜਾਂ ਅਸੀਂ ਕਾਰ ਸੇਲ ਆਊਟ ਕਰਕੇ ਸਿਸਟਰ ਨੂੰ ਪੜ੍ਹਾਇਆ। ਇੱਕ ਕੈਂਸਰ ਸਪੈਸ਼ਲਿਸਟ ਬਣਨ ਜਾ ਰਹੇ ਸੀ, ਉਹ ਕੈਨੇਡਾ ਜਾਣਾ ਸੀ। ਜਿਸ ਦਿਨ ਜਾਣਾ ਸੀ ਉਸੇ ਦਿਨ ਹੀ ਉਹਨਾਂ ਦੀ ਐਕਸੀਡੈਂਟਲੀ ਡੈਥ ਹੋ ਗਈ। ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਦਮਾ ਲੱਗਾ, ਕਿਉਂਕਿ ਘਰ ਦੀਆਂ ਕੰਡੀਸ਼ਨਸ ਬਹੁਤ ਜ਼ਿਆਦਾ ਖਰਾਬ ਹੋ ਗਈਆਂ। ਔਰ ਇਹ ਚੀਜ਼ ਕਿਤੇ ਨਾ ਕਿਤੇ ਮੈਨੂੰ ਬਹੁਤ ਜ਼ਿਆਦਾ ਰਿਅਲਾਈਜ਼ ਹੁੰਦਾ ਸੀਗਾ ਕਿ ਮੈਂ ਆਪਣੇ ਪੇਰੈਂਟਸ ਤੋਂ ਖਰਚਾ ਕਰਵਾ ਕੇ ਮੈਂ ਸਟੱਡੀ ਕਰ ਰਹੀ ਹਾਂ। ਔਰ ਇੱਕ ਆਲਰੇਡੀ ਮੇਰੇ ਤੇ ਸਟੱਡੀ ਲੋਨ ਚੱਲ ਰਿਹਾ ਸੀਗਾ ਪਹਿਲੇ ਤੋਂ ਹੀ। ਤਾਂ ਮੈਂ ਸੋਚ ਰਹੀ ਸੀ ਕਿ ਮੈਂ ਕੁਝ ਐਦਾਂ ਦਾ ਕਰਾਂ ਕਿ ਮੈਂ ਐਟਲੀਸਟ ਆਪਣੀ ਪਾਕਟ ਮਨੀ ਕੱਢਾਂ ਤੇ ਮੈਂ ਕੁਝ ਪਾਰਟ ਟਾਈਮ ਕੰਮ ਕਰਾਂ ਸਟੱਡੀ ਦੇ ਨਾਲ ਨਾਲ। ਤਾਂ ਉਸ ਟਾਈਮ ਤੋਂ ਮੇਰੀ ਜਰਨੀ ਸਟਾਰਟ ਹੋਈ ਸੀ, ਹੈ ਨਾ। ਔਰ ਮੈਨੂੰ ਲੱਗਦਾ ਕਿ ਉਹ ਜਿਹੜਾ ਇੱਕ ਦੁੱਖ ਦੀ ਘੜੀ ਸੀ, ਜਾਂ ਫਿਰ ਉਹ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਇਦਾਂ ਦਾ ਸਮਾਂ ਆਇਆ, ਉਹਨੇ ਅੱਜ ਤੁਹਾਨੂੰ ਇਸ ਸਟੈਂਡ ਕਰ ਦਿੱਤਾ, ਇਸ ਲੈਵਲ ਤੇ ਖੜੇ ਕਰ ਦਿੱਤਾ, ਹੈ ਨਾ। ਸੀਰਤ ਜੀ, ਹੁਣ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਬਿਜ਼ਨਸ ਦਾ ਸਟਾਈਲ ਕੀ ਆ, ਰਨਿੰਗ ਸਟਾਈਲ ਕੀ, ਤੁਹਾਡਾ ਬਿਜ਼ਨਸ ਕਿਸ ਤਰ੍ਹਾਂ ਚੱਲਦਾ ਹੈ, ਟੀਮ ਕੀ ਹੈ, ਟੀਮ ਦੇ ਵਿੱਚ ਕਿੰਨੇ ਮੈਂਬਰਸ ਨੇ, ਉਹ ਸਾਰਾ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਸਟਾਰਟਿੰਗ ਮੇਰੇ ਲਈ ਬਹੁਤ ਜ਼ਿਆਦਾ ਡਿਫਿਕਲਟ ਸੀਗੀ, ਹੈ ਨਾ। ਸਟਾਰਟਿੰਗ ਦੇ ਵਿੱਚ ਅਗਰ ਮੈਂ ਗੱਲ ਕਰਾਂ ਐਜ਼ ਅ ਫੀਮੇਲ, ਜਦੋਂ ਮੈਂ ਘਰ ਦੱਸਿਆ ਕਿ ਮੈਂ ਕੁਝ ਕਰਨਾ ਚਾਹੁੰਦੀ ਹਾਂ ਪਾਰਟ ਟਾਈਮ, ਤਾਂ ਪੇਰੈਂਟਸ ਨੇ ਬਿਲਕੁਲ ਮਨਾ ਕੀਤਾ ਕਿ ਨਹੀਂ, ਪਹਿਲੇ ਸਟੱਡੀ ਕਰੋ, ਫਿਰ ਆਪਾਂ ਤਾਂ ਅਸੀਂ ਆਪਣੇ ਪੇਰੈਂਟਸ ਨੂੰ ਸੋਸਾਇਟੀ 'ਚ ਪਾਉਣਾ ਸੀਗਾ ਕਿ ਅਸੀਂ ਦੱਸ ਪਾਈਏ ਕਿ ਸਾਡੀ ਕੁੜੀ ਇੱਕ ਬਹੁਤ ਵਧੀਆ ਹਾਈ ਸਟੈਂਡਰਡ ਜੌਬ ਕਰਦੀ ਹੈ, ਜੋ ਸਾਡੇ ਮਾਤਾ ਪਿਤਾ ਦੇ ਅਕਸਰ ਦਿਮਾਗ ਵਿੱਚ ਚੱਲਦਾ ਹੀ ਆ। ਤੇ ਜਦੋਂ ਮੈਂ ਦੱਸਿਆ ਕਿ ਮੈਂ ਬਿਜ਼ਨਸ ਕਰਨਾ ਹੈ ਤਾਂ ਬਿਲਕੁਲ ਐਂਟੀ ਸੀਗੇ। ਉਹ ਕਹਿੰਦੇ ਸੀ ਕਿ ਨਹੀਂ, ਬਿਜ਼ਨਸ ਏਦਾਂ ਦੇ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਇੰਡਸਟਰੀਜ਼ ਨੇ ਜਿਹੜੀਆਂ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ, ਹੈ ਨਾ। ਸੋ ਕਿ ਤੁਹਾਡੇ ਨਾਲ ਏਦਾਂ ਦਾ ਕੁਝ ਧੋਖਾ ਨਾ ਹੋ ਜਾਵੇ ਤੇ ਕੱਲ ਨੂੰ ਆਪਾਂ ਨੂੰ ਵੀ ਏਦਾਂ ਜਿਹੜਾ ਆਪਾਂ ਸਟੱਡੀ ਕਰ ਰਹੇ ਹਾਂ ਉਹਦੇ ਤੋਂ ਇੱਕ ਅਲੱਗ ਲਾਈਨ 'ਚ ਜਾ ਕੇ ਆਪਾਂ ਕੁਝ ਏਦਾਂ ਦਾ ਟਰਾਈ ਕਰੀਏ, ਹੈ ਨਾ। ਸੋ ਸਟਾਰਟਿੰਗ ਦੇ ਵਿੱਚ ਮੈਂ ਹੋਨੈਸਟਲੀ ਦੱਸਾਂ ਤਾਂ ਬਿਲਕੁਲ ਫੈਮਿਲੀ ਸਪੋਰਟ ਨਹੀਂ ਸੀ, ਨਹੀਂ ਕਰਦੀ ਸੀ, ਹੈ ਨਾ।
ਔਰ ਜਦੋਂ ਮੈਂ ਹੌਸਟਲ 'ਚ ਰਹਿੰਦੀ ਸੀ, ਜਦੋਂ ਮੈਂ ਘਰ ਜਾਂਦੀ ਸੀ, ਪਾਪਾ ਨੇ ਮੈਨੂੰ ਸਹੀ ਤਰੀਕੇ ਨਾਲ ਬੁਲਾਣਾ ਨਾ। ਕਿਉਂ? ਕਿਉਂਕਿ ਮੈਂ ਇੱਕ ਬਿਜ਼ਨਸ ਦੇ ਵਿੱਚ ਪੈਰ ਰੱਖਿਆ, ਮੈਂ ਇੱਕ ਬਿਜ਼ਨਸ ਕਰ ਰਹੀ ਹਾਂ। ਔਰ ਇੱਥੇ ਕਿਤੇ ਨਾ ਕਿਤੇ ਮਾਤਾ ਪਿਤਾ ਦੀ ਜਿਹੜੀ ਇਹ ਕੇਅਰ ਆ ਜਾਂ ਦੇਖਭਾਲ ਹੈ, ਉਹ ਕਿਤੇ ਨਾ ਕਿਤੇ ਜੈਨੂਅਨ ਵੀ ਆ, ਹਨਾ? ਕਿਉਂਕਿ ਸਾਡਾ ਸਮਾਜ ਜਿਹੜਾ ਉਹ ਇਦਾਂ ਦਾ ਹੋ ਚੁੱਕਿਆ, ਇੱਕ ਮਾਤਾ ਪਿਤਾ ਜਿਹੜੇ ਨੇ ਉਹ ਡਰਦੇ ਨੇ ਕਿ ਅਸੀਂ ਆਪਣੀ ਧੀ ਨੂੰ ਘਰੋਂ ਬਾਹਰ ਕੀ ਸੋਚ ਕੇ ਕੱਢੀਏ, ਹਨਾ? ਕਿਤੇ ਨਾ ਕਿਤੇ ਸਾਡੇ ਪੇਰੈਂਟਸ ਦਾ ਉਹ ਪੱਖ ਠੀਕ ਵੀ ਹੈ, ਪਰ ਜੇ ਅਸੀਂ ਅੱਗੇ ਵਧਣਾ ਹੈ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਈਡ ਤੇ ਰੱਖ ਕੇ ਚੱਲਣਾ ਪਏਗਾ। ਜੀ ਜੀ। ਸੋ ਸਟਾਰਟਿੰਗ ਬਹੁਤ ਜ਼ਿਆਦਾ ਡਿਫਿਕਲਟ ਸੀਗਾ। ਤੁਸੀਂ ਖੁਦ ਸੋਚ ਸਕਦੇ ਹੋ ਕਿ ਇੱਕ ਫੀਮੇਲ ਜਦੋਂ ਮਾਰਕੀਟ ਦੇ ਵਿੱਚ ਜਾਂਦੀ ਹੈ, ਮੈਂ ਬਿਫੋਰ ਮੈਰਿਜ ਇਸ ਇੰਡਸਟਰੀ ਦੇ ਨਾਲ ਇੰਟਰੋਡਿਊਸ ਹੋਈ ਸੀ, ਹੈ ਨਾ? ਸੋ ਮੈਰਿਜ ਤੋਂ ਪਹਿਲੇ ਜੋ ਤੁਸੀਂ ਦੇਖੋ ਕਿ ਇੱਕ ਫੀਮੇਲ ਜਦੋਂ ਮਾਰਕੀਟ ਦੇ ਵਿੱਚ ਜਾ ਰਹੀ ਹੈ ਤਾਂ ਉਹਨੂੰ ਕਿੰਨੇ ਚੈਲੰਜਸ ਫੇਸ ਕਰਨੇ ਪੈਂਦੇ ਆ। ਕਿਤੇ ਨਾ ਕਿਤੇ ਉਹ ਕਹਿ ਦਈਏ ਕਿ ਜਿਹੜੇ ਕੁਛ ਏਦਾਂ ਦਾ ਯੂਥ ਹੁੰਦਾ ਹੈ ਨਾ, ਵੇਲਾ ਘੁੰਮ ਰਿਹਾ, ਕੰਪਲੀਮੈਂਟਸ ਕਰਦੇ, ਨੈਗੇਟਿਵ ਕੰਪਲੀਮੈਂਟਸ, ਹੈ ਨਾ? ਤਾਂ ਉਹ ਚੀਜ਼ਾਂ ਨੂੰ ਫੇਸ ਕਰਦੇ ਹੋਏ, ਚੈਲੰਜਸ ਨੂੰ ਫੇਸ ਕਰਦੇ ਹੋਏ ਮੈਂ ਇਕੱਲੇ ਕਿ ਨਹੀਂ, ਮੈਂ ਕੁਝ ਕਰਕੇ ਦਿਖਾਣਾ ਹੈ, ਮੈਂ ਆਪਣੀ ਫੈਮਿਲੀ ਲਈ ਕੁਝ ਕਰਨਾ ਹੈ, ਮੈਂ ਸੋਸਾਇਟੀ ਲਈ ਕੁਝ ਕਰਨਾ ਹੈ। ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਆਂਦਾ ਸੀਗਾ ਕਿ ਮੈਂ ਲਾਈਫ ਦੇ ਵਿੱਚ ਕੁਝ ਵੱਡਾ ਕਰਨਾ ਹੈ, ਮੈਂ ਆਪਣੀ ਇੱਕ ਪਹਿਚਾਨ ਬਣਾਣੀ ਹੈ ਨਾ? ਸੋ ਉਹ ਗੋਲਸ, ਉਹ ਡ੍ਰੀਮਸ ਆਪਣੀ ਫੈਮਿਲੀ ਲਈ ਉਹ ਕਰਦੇ ਕਰਦੇ ਸੋਚੋ ਕਿ ਅੱਜ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਇੰਨੀ ਸ਼ਾਈ ਨੇਚਰ ਦੀ ਸੀਗੀ, ਮੈਂ ਕਦੀ ਇੱਕ ਪਰਸਨ ਦੇ ਨਾਲ ਵੀ ਗੱਲ ਨਹੀਂ ਕਰ ਪਾਉਂਦੀ ਸੀ। ਅੱਜ ਅਗਰ ਸਾਡੇ ਇੰਡਸਟਰੀ ਦੇ ਵਿੱਚ 5000 10000 ਲੋਕਾਂ ਦਾ ਇਵੈਂਟ ਹੁੰਦਾ ਤਾਂ ਮੈਂ ਬਹੁਤ ਈਜ਼ੀਲੀ ਸਟੇਜ ਤੇ ਰਿਪਰੈਜ਼ੈਂਟ ਕਰ ਪਾਉਂਦੀ ਹਾਂ। ਬਿਲਕੁਲ ਬਿਲਕੁਲ। ਅੱਛਾ ਸੀਰਤ ਜੀ, ਤੁਸੀਂ ਮੈਨੂੰ ਦੱਸੋ ਕਿ ਜਿਹੜਾ ਤੁਸੀਂ ਇਹ ਬਿਜ਼ਨਸ ਰਨ ਕਰ ਰਹੇ ਆ, ਹਨਾ, ਇਹਦਾ ਤਰੀਕਾ ਕੀ ਆ? ਘਰ ਤੋਂ ਕਰ ਰਹੇ ਆ ਜਾਂ ਸਪੈਸੀਫਿਕ ਇੱਕ ਆਫਿਸ ਬਣਿਆ ਹੋਇਆ ਆ, ਜਾਂ ਫਿਰ ਲੋਕਾਂ ਨਾਲ ਇੰਟਰੈਕਟ ਹੋ ਰਿਹਾ, ਮਾਰਕੀਟ 'ਚ ਜਾ ਰਹੇ ਆ? ਕੀ ਇਹਦਾ ਤਰੀਕਾ ਆ ਬਿਜ਼ਨਸ ਦਾ, ਤਾਂ ਕਿ ਸਾਡੇ ਬਹੁਤ ਸਾਰੇ ਇਦਾਂ ਦੇ ਦਰਸ਼ਕ ਹੋਣਗੇ ਜਿਹੜੇ ਤੁਹਾਨੂੰ ਦੇਖ ਕੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਆਏਗਾ? ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਔਰਤ ਜਿਹੜੀ ਆ ਉਹਨੂੰ ਬਿਜ਼ਨਸ ਤੋਂ ਰੋਕਿਆ ਜਾਂਦਾ, ਰਾਈਟ? ਕਿਹਾ ਜਾਂਦਾ ਕਿ ਇੱਕ ਸਪੈਸੀਫਿਕ ਜੌਬ ਆ, ਤੁਸੀਂ ਟੀਚਰ ਬਣ ਜਾਓ, ਤੁਸੀਂ ਡਾਕਟਰ ਬਣ ਜਾਓ, ਕਿਉਂਕਿ ਕਿਤੇ ਨਾ ਕਿਤੇ ਮਾਤਾ ਪਿਤਾ ਦੇ ਦਿਮਾਗ ਦੀ ਇਹ ਹਾਲਾਤ ਹੋਏ ਪਏ ਨੇ ਸਮਾਜ ਨੂੰ ਦੇਖ ਕੇ ਕਿ ਉਹ ਸੋਚਦੇ ਨੇ ਕਿ ਅਸੀਂ ਆਪਣੀ ਧੀ ਨੂੰ ਬਿਜ਼ਨਸ ਲਈ ਘਰੋਂ ਬਾਹਰ ਕੱਢੀਏ ਜਾਂ ਨਾ ਕੱਢੀਏ, ਹਨਾ? ਤੇ ਤੁਹਾਨੂੰ ਦੇਖ ਕੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਦਿਮਾਗ ਨੇ ਉਹਨਾਂ ਦੇ ਵਿੱਚ ਬਹੁਤ ਸਾਰਿਆਂ ਦੇ ਚੇਂਜਸ ਆ ਸਕਦੇ ਨੇ, ਔਰ ਬਹੁਤ ਸਾਰੇ ਧੀਆਂ ਭੈਣਾਂ ਦੇ ਮਾਤਾ ਪਿਤਾ ਦੇ ਜਿਹੜੇ ਦਿਮਾਗ ਨੇ ਉਹਨਾਂ ਦੀ ਸਥਿਤੀ ਵੀ ਕਿਤੇ ਨਾ ਕਿਤੇ ਬਦਲ ਸਕਦੀ ਆ, ਹਨਾ? ਸੋ ਦੱਸੋ ਕਿ ਸੇਫ ਹੈ, ਇਹਦੀ ਕਿੰਨੀ ਕਿ ਸਿਕਿਉਰਿਟੀ ਆ, ਕਿਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਕੰਮ ਕਰ ਸਕਦੇ ਆ? ਬਿਲਕੁਲ ਬਬੀਤਾ ਜੀ, ਇਹ ਤਾਂ ਇੱਕ ਬਹੁਤ ਕਾਮਨ ਕੁਐਸਚਨ ਅੱਜ ਦੀ ਡੇਟ ਦੇ ਵਿੱਚ ਨਾ, ਜਿਹੜਾ ਕਿ ਹਰ ਇੱਕ ਪੇਰੈਂਟਸ ਦੇ ਦਿਮਾਗ 'ਚ ਰਹਿੰਦਾ ਹੈ ਕਿ ਅਸੀਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਕੱਢਣਾ ਜਾਂ ਕੁੜੀਆਂ ਨੂੰ ਬਿਜ਼ਨਸ ਨਹੀਂ ਕਰਵਾਉਣਾ, ਹੈ ਨਾ? ਸੋ ਮੇਰੇ ਲਈ ਬਹੁਤ ਜ਼ਿਆਦਾ ਚੈਲੰਜਸ ਸੀਗਾ, ਬਟ ਜਦੋਂ ਮੈਂ ਮਿਹਨਤ ਕਰਕੇ ਉਸ ਮੁਕਾਮ ਤੇ ਪਹੁੰਚੀ, ਜਿੱਦਾਂ ਮੈਂ ਤੁਹਾਨੂੰ ਪਹਿਲੇ ਸ਼ੇਅਰ ਕੀਤਾ ਕਿ ਮੇਰੇ ਸਿਸਟਰ ਦੀ ਡੈਥ ਹੋ ਗਈ ਸੀ ਤਾਂ ਸਾਨੂੰ ਕਾਰ ਵੀ ਸੇਲ ਆਊਟ ਕਰਨੀ ਪਈ, ਤਾਂ ਮੇਰਾ ਡ੍ਰੀਮ ਸੀਗਾ। ਤਾਂ ਲੋਕਡਾਊਨ ਤੋਂ ਪਹਿਲੇ ਮੈਂ ਆਪਣੇ ਪੇਰੈਂਟਸ ਨੂੰ 6 ਲੱਖ ਰੁਪਏ ਦੀ ਬ੍ਰਾਂਡ ਨਿਊ ਕਾਰ ਗਿਫਟ ਕੀਤੀ, ਹੈ ਨਾ? ਸੋ ਉਹ ਮੈਂ ਆਪਣੀ ਮਿਹਨਤ ਨਾਲ, ਹੈ ਨਾ, ਮੈਂ ਲੋਕਾਂ ਦੀ ਹੈਲਪ ਕਰਦੇ ਹੋਏ ਬਹੁਤ ਸਾਰੇ ਲੋਕਾਂ ਦੀ ਮੈਂ ਜ਼ਿੰਦਗੀ ਨੂੰ ਚੇਂਜ ਕੀਤਾ, ਬਦਲਾਅ ਆਇਆ, ਲੋਕਾਂ ਦੇ ਖਾਣ ਪੀਣ ਦੀ ਆਦਤਾਂ ਨੂੰ ਬਦਲਿਆ। ਬਹੁਤ ਸਾਰੇ ਲੋਕ ਅੱਜ ਦੀ ਡੇਟ ਦੇ ਵਿੱਚ ਹੈਲਦੀ ਐਕਟਿਵ ਲਾਈਫਸਟਾਈਲ ਨੂੰ ਲੀਡ ਕਰ ਰਹੇ ਹਨ ਜਸਟ ਬਿਕੋਜ਼ ਉਹਨਾਂ ਨੇ ਆਪਣੇ ਖਾਣ ਪੀਣ ਦੀ ਆਦਤਾਂ ਨੂੰ ਬਦਲਿਆ, ਹੈ ਨਾ? ਬਟ ਜਿੱਦਾਂ ਕਹਿੰਦੇ ਕਿ ਇੱਕ ਜਿਮ ਦੇ ਕੋਚ ਹੁੰਦੇ ਆ, ਹੈ ਨਾ? ਆਪਾਂ ਦੇਖਦੇ ਕਿ ਹਰ ਇੱਕ ਫੀਲਡ 'ਚ ਆਪਾਂ ਪੜ੍ਹਾਈ ਕੀਤੀ ਹੈ ਤਾਂ ਆਪਾਂ ਨੂੰ ਉੱਥੇ ਵੀ ਕੋਚ ਸੀਗੇ ਇਨ ਫਾਰਮ ਆਫ ਟੀਚਰਸ, ਹੈ ਨਾ? ਕਾਲਜ ਦੇ ਵਿੱਚ ਪ੍ਰੋਫੈਸਰ ਹੁੰਦੇ ਆ, ਤਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਕੋਚ ਚਾਹੀਦਾ ਹੁੰਦਾ ਹੈ, ਹੈਲਥ ਲਈ ਇੱਕ ਕੋਚ ਚਾਹੀਦਾ ਹੁੰਦਾ ਹੈ, ਰਾਈਟ? ਤਾਂ ਮੈਂ ਬਹੁਤ ਸਾਰੇ ਲੋਕਾਂ ਲਈ ਉਹਨਾਂ ਦੀ ਇੱਕ ਲਾਈਫ ਕੋਚ ਬਣੀ, ਹੈ ਨਾ? ਕਿ ਮੇਰੇ ਨਾਲ ਏਦਾਂ ਦੇ ਲੋਕ ਜੁੜੇ ਹੋਏ ਜਿਹੜੇ ਕਿ ਜ਼ਿੰਦਗੀ 'ਚ ਕਦੀ ਵੀ ਮੈਨੂੰ ਛੱਡ ਕੇ ਨਹੀਂ ਜਾ ਸਕਦੇ, ਕਿਉਂਕਿ ਉਹਨਾਂ ਨਾਲ ਰਿਲੇਸ਼ਨ ਇੰਨਾ, ਮੇਰਾ ਬੌਂਡ ਇੰਨਾ ਜ਼ਿਆਦਾ ਸਟਰੋਂਗ ਹੋ ਗਿਆ, ਹੈ ਨਾ? ਸੋ ਜਿੱਦਾਂ ਤੁਸੀਂ ਕਿਹਾ ਕਿ ਇੱਕ ਫੀਮੇਲਸ ਨੂੰ ਘਰੋਂ ਬਾਹਰ ਨਹੀਂ ਭੇਜਦੇ ਹਨ, ਪੇਰੈਂਟਸ, ਬਿਲਕੁਲ ਇਹ ਆਪਾਂ ਕਹਿ ਦਈਏ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ, ਬਟ ਮੈਂ ਕਹੂੰਗੀ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਆਪਣੇ ਬੱਚਿਆਂ ਤੇ, ਹੈ ਨਾ? ਜਦੋਂ ਤੱਕ ਪੇਰੈਂਟਸ ਦਾ ਵਿਸ਼ਵਾਸ ਨਹੀਂ ਹੋਏਗਾ ਜਾਂ ਪੇਰੈਂਟਸ ਦੀ ਸਪੋਰਟ ਨਹੀਂ ਹੋਏਗੀ ਤਾਂ ਆਪਣੇ ਅੰਦਰ ਬਹੁਤ ਸਾਰੇ ਏਦਾਂ ਦੀ ਕੈਪੇਬਿਲਿਟੀਜ਼ ਹੁੰਦੀਆਂ ਜਿਹੜੀਆਂ ਆਪਾਂ ਬਾਹਰ ਨਹੀਂ ਕੱਢ ਪਾਉਂਦੇ, ਹੈ ਨਾ? ਆਪਣੇ ਜਿਹੜੇ ਹਿਡਨ ਟੈਲੈਂਟਸ ਹੁੰਦੇ ਆਪਾਂ ਦਿਖਾ ਨਹੀਂ ਪਾਉਂਦੇ, ਹੈ ਨਾ? ਆਪਾਂ ਆਪਣੇ ਆਪ ਨੂੰ ਪਹਿਚਾਨ ਨਹੀਂ ਪਾਉਂਦੇ ਐਕਚੁਅਲ ਦੇ ਵਿੱਚ, ਵੀ ਅਸੀਂ ਕੀ ਆ, ਕੀ ਕਰ ਸਕਦੇ ਆ, ਕਿੰਨਾ ਵੱਡਾ ਕਰ ਸਕਦੇ ਆ। ਤੁਸੀਂ ਦੇਖੋਗੇ ਕਿ ਮੈਰੀ ਕੌਮ ਵੀ ਇੱਕ ਫੀਮੇਲ, ਕਿ ਉਹਨੂੰ ਨਹੀਂ ਚੈਲੰਜ ਆਏ ਹੋਗੇ, 4 ਬੱਚਿਆਂ ਦੀ ਮਾਂ, और 4-5 टाइम्स गोल्ड मेडलिस्ट है, राइट, है ना? साइना नेहवाल है, इंडियन क्रिकेट टीम ਦੇ ਪਲੇਅਰ ਸਮਰਿਧੀ ਮੰਦਾਨਾ, ਉਹ ਵੀ ਇੱਕ ਫੀਮੇਲ ਹੈ। ਜੇ ਆਪਾਂ ਫੀਮੇਲਸ ਨੂੰ ਕੁਝ ਕੰਮ ਕਰਨ ਲਈ ਅਲੋ ਕਰਾਂਗੇ ਤਦ ਹੀ ਤਾਂ ਕੁਝ ਵੱਡਾ ਕਰਕੇ ਦਿਖਾ ਸਕਦੀ ਹੈ, ਹੈ ਨਾ? ਵੈਸੇ ਵੀ ਇੱਕ ਨਾਰੀ ਨੂੰ ਤਾਂ ਨਾਰੀ ਸ਼ਕਤੀ ਬੋਲਿਆ ਜਾਂਦਾ ਹੈ ਨਾ? ਮਾਤਾ ਬੋਲਿਆ ਜਾਂਦਾ ਹੈ, ਜਨਨੀ, ਹੈ ਨਾ? ਸਮਾਜ ਨੂੰ ਜਿਹੜੀ ਉਹ ਜਣਨ ਵਾਲੀ ਹੀ ਇੱਕ ਔਰਤ ਹੈ ਨਾ, ਸੋ ਫਿਰ ਉਹਨੂੰ ਕਿਉਂ ਰੋਕਿਆ ਜਾਵੇ, ਉਹਦੇ ਵੱਧਦੇ ਕਦਮਾਂ ਨੂੰ ਅੱਗੇ ਵਧਾ ਦਿੱਤਾ ਜਾਵੇ, ਹੈ ਨਾ? ਜੀ। ਔਰ ਇਹਦਾ ਤਰੀਕਾ ਕੀ ਹੈ ਬਿਜ਼ਨਸ ਦਾ?
ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਵੀ ਇੱਕ ਹੈਲਥ ਕੋਚ ਆ, ਤਾਂ ਮੇਰੀ ਟੀਮ ਦੇ ਵਿੱਚ ਜਦੋਂ ਲੋਕ ਆਪਣੇ ਖਾਣ ਪੀਣ ਦੀ ਆਦਤਾਂ ਨੂੰ ਬਦਲਦੇ ਆ, ਉਹਨਾਂ ਦੀ ਬਾਡੀ 'ਚ ਵੀ ਚੇਂਜ ਆਉਂਦਾ ਤਾਂ ਲੋਕੀ ਉਹਨਾਂ ਨੂੰ ਪੁੱਛਦੇ ਆ ਜੀ ਤੁਸੀਂ ਕਿੱਦਾਂ ਕੀਤਾ, ਤੁਸੀਂ ਆਪਣੀ ਸਿਹਤ ਨੂੰ ਅੱਛਾ ਕਿੱਦਾਂ ਕੀਤਾ, ਤਾਂ ਉਹ ਵੀ ਅੱਗੇ ਲੋਕਾਂ ਦੀ ਹੈਲਪ ਕਰਦੇ ਆ। ਏਦਾਂ ਹੈਲਪ ਕਰਦੇ ਹੋਏ ਕਰਦੇ ਬਿਜ਼ਨਸ ਗਰੋ ਕਰ ਰਹੇ ਆ। ਐਂਡ ਮੇਰੀ ਟੀਮ ਦੇ ਵਿੱਚ ਮੈਂ ਦੇਖਾਂ ਤਾਂ ਮੋਸਟਲੀ ਮੇਰੀ ਟੀਮ ਦੇ ਵਿੱਚ ਫੀਮੇਲਸ ਆ ਜੀ, ਹੈ ਨਾ, ਔਰ ਫੀਮੇਲਸ ਏਦਾਂ ਦੀਆਂ ਨੇ ਜਿਹੜੀਆਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੀਆਂ। ਐਂਡ ਇਸ ਬਿਜ਼ਨਸ ਦੀ ਸਭ ਤੋਂ ਵੱਡੀ ਫਲੈਕਸੀਬਿਲਿਟੀ ਕੀ ਹੈ ਕਿ ਉਸ ਬਿਜ਼ਨਸ ਨੂੰ ਆਨਲਾਈਨ ਵੀ ਕਰ ਰਹੀਆਂ ਜੀ, ਹੈ ਨਾ, ਆਫਲਾਈਨ ਵੀ ਕਰ ਰਹੀਆਂ, ਸੋਸ਼ਲ ਮੀਡੀਆ ਦੇ ਥਰੂ ਕਰ ਰਹੀਆਂ ਜੀ, ਬਾਈ ਕਾਲਿੰਗ ਕਰ ਰਹੀਆਂ, ਆਪਣੇ ਬੱਚਿਆਂ ਨੂੰ ਮੈਨੇਜ ਕਰਦੇ ਹੋਏ, ਆਪਣੀ ਫੈਮਿਲੀ ਨੂੰ ਮੈਨੇਜ ਕਰਦੇ ਹੋਏ, ਘਰ ਦੇ ਕੰਮ ਨੂੰ ਮੈਨੇਜ ਕਰਦੇ ਹੋਏ, ਐਨੀਵੇਅਰ ਐਨੀ ਟਾਈਮ ਉਹ ਇਸ ਬਿਜ਼ਨਸ ਨੂੰ ਕਰ ਪਾ ਰਹੀ। ਔਰ ਇਸ ਗੱਲ ਤੋਂ ਮੈਨੂੰ ਇੰਨਾ ਕੁ ਅਨੁਭਵ ਹੋ ਗਿਆ ਕਿ ਜਿਹੜੀਆਂ ਔਰਤਾਂ ਸੋਚਦੀਆਂ ਨੇ ਕਿ ਅਸੀਂ ਘਰੋਂ ਬਾਹਰ ਜਾ ਕੇ ਹੀ ਬਿਜ਼ਨਸ ਕਰ ਸਕਦੇ ਆ ਜਾਂ ਮਾਰਕੀਟ ਦੇ ਵਿੱਚ ਘੁੰਮ ਕੇ ਹੀ ਬਿਜ਼ਨਸ ਕਰ ਸਕਦੇ ਆ, ਕਿਤੇ ਨਾ ਕਿਤੇ ਇਸ ਬਿਜ਼ਨਸ ਦੇ ਥਰੂ ਉਹ ਘਰੋਂ ਹੀ ਜਿਹੜਾ ਆ ਉਹ ਕੰਮ ਕਰ ਸਕਦੀਆਂ ਨੇ ਔਰ ਪੈਸਾ ਕਮਾ ਸਕਦੀਆਂ ਨੇ, ਹੈਨਾ। ਸੀਰਤ ਜੀ, ਮੈਨੂੰ ਤੁਸੀਂ ਦੱਸੋ ਕਿ ਜਿਹੜੀ ਟੀਮ ਦੇ ਵਿੱਚ ਤੁਸੀਂ ਕੰਮ ਕਰ ਰਹੇ ਆ ਉਸ ਟੀਮ ਦੇ ਵਿੱਚ ਤੁਹਾਡੇ ਕੋਲ ਕਿੰਨੇ ਮੈਂਬਰਸ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਲੀਡ ਕਰ ਰਹੇ ਆ, ਤੁਹਾਡੇ ਥੱਲੇ ਕਿੰਨੇ ਮੈਂਬਰਸ ਜਿਹੜੇ ਉਹ ਕੰਮ ਕਰ ਰਹੇ ਨੇ? ਬਿਲਕੁਲ ਆਲਮੋਸਟ ਬਬੀਤਾ ਜੀ ਮੇਰੀ ਟੀਮ ਦੇ ਵਿੱਚ ਅਗਰ ਦੇਖੀਏ ਤਾਂ ਆਲਮੋਸਟ 1500 ਲੋਕ ਹੈਗੇ ਆ ਜੀ, ਠੀਕ ਹੈ, ਤੇ ਜਿਹਦੇ ਵਿੱਚ 60% ਫੀਮੇਲਸ ਹੈ ਜੀ, ਜਿਹੜੀਆਂ ਕਿ ਘਰੋਂ ਰਹਿ ਕੇ ਇਸ ਬਿਜ਼ਨਸ ਨੂੰ ਕਰ ਰਹੀਆਂ ਔਰ ਬਹੁਤ ਅੱਛੀ ਅਰਨਿੰਗਸ ਕਰ ਰਹੀਆਂ, ਆਪਣੀ ਫੈਮਿਲੀ ਨੂੰ ਸਪੋਰਟ ਕਰ ਰਹੀਆਂ। ਅਦਰਵਾਈਜ਼ ਮੇਰੀ ਟੀਮ ਦੇ ਵਿੱਚ ਹਰ ਇੱਕ ਬੈਕਗ੍ਰਾਉਂਡ ਦੇ ਲੋਕ ਹੈ, ਸਟੂਡੈਂਟਸ ਵੀ ਹੈ, ਹੈ ਨਾ, ਬਿਜ਼ਨਸ ਓਰੀਐਂਟਡ ਪਰਸਨ ਵੀ ਹੈ, ਜੌਬ ਓਰੀਐਂਟਡ ਪਰਸਨਸ ਵੀ ਹੈ, ਹਰ ਬੈਕਗ੍ਰਾਉਂਡ ਦੇ ਲੋਕ ਕੰਮ ਕਰ ਰਹੇ ਹੈ। ਠੀਕ ਹੈ, ਇਹ ਫੁੱਲ ਟਾਈਮ ਵੀ ਕਰ ਸਕਦੇ ਆ ਜਾਂ ਪਾਰਟ ਟਾਈਮ ਹੀ ਕਰ ਸਕਦੇ ਆ? ਐਗਜ਼ੈਕਟਲੀ, ਬਿਲਕੁਲ ਜੀ, ਹੈ ਨਾ, ਟਾਈਮ ਫਲੈਕਸੀਬਿਲਿਟੀ ਹੈ, ਤੁਸੀਂ ਇਹ 'ਚ ਪਾਰਟ ਟਾਈਮ ਵੀ ਕਰ ਸਕਦੇ ਹੋ, ਤੁਸੀਂ ਇਹਦੇ 'ਚ ਫੁੱਲ ਟਾਈਮ ਵੀ ਕਰ ਸਕਦੇ ਹੋ, ਠੀਕ ਹੈ, ਐਂਡ ਜਦੋਂ ਤੁਹਾਨੂੰ ਟਾਈਮ ਮਿਲੇ ਉਦੋਂ ਕਰ ਸਕਦੇ ਹੋ। ਔਰ ਇਸ ਬਿਜ਼ਨਸ ਵਿੱਚ ਤੁਹਾਡਾ ਕੋਈ ਬੌਸ ਜਾਂ ਕੋਈ ਹੋਰ ਹਾਈ ਲੈਵਲ ਦਾ ਜਿਹੜੀ ਪਰਸਨੈਲਿਟੀ ਹੁੰਦੀ ਜਿਹੜੀ ਤੁਹਾਨੂੰ ਮਤਲਬ ਕੰਮ ਬਾਰੇ ਦੱਸਦੀ ਹੈ ਕਿ ਤੁਸੀਂ ਇਸ ਤਰ੍ਹਾਂ ਕੰਮ ਕਰਨਾ ਜਾਂ ਕੀ ਤਰੀਕਾ ਆ ਕੰਮ ਕਰਨ ਦਾ ਅੱਗੇ ਤੋਂ ਅੱਗੇ? ਇਸ ਬਿਜ਼ਨਸ ਦੀ ਸਭ ਤੋਂ ਅੱਛੀ ਖਾਸੀਅਤ ਇਹ ਹੈ ਕਿ ਇਸ ਬਿਜ਼ਨਸ ਦੇ ਵਿੱਚ ਤੁਹਾਡਾ ਕੋਈ ਵੀ ਬੌਸ ਨਹੀਂ ਹੈ ਜੀ, ਹੈ ਨਾ। ਸੈਕੰਡ ਥਿੰਗ, ਇਹਦੇ 'ਚ ਕੋਈ ਟਾਰਗੇਟਸ ਨਹੀਂ ਹੈ, ਤੁਸੀਂ ਕੋਈ ਟਾਰਗੇਟਸ ਨਹੀਂ ਪੂਰੇ ਕਰਨੇ, ਜਿੰਨਾ ਤੁਸੀਂ ਕੰਮ ਕਰੋਗੇ ਉਹਦੇ ਅਕੋਰਡਿੰਗ ਤੁਹਾਨੂੰ ਅਰਨਿੰਗਸ ਆਣੀਆਂ ਸ਼ੁਰੂ ਹੋ ਜਾਣਗੀਆਂ, ਠੀਕ ਹੈ। ਇਸ ਬਿਜ਼ਨਸ ਦੇ ਵਿੱਚ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤੁਹਾਨੂੰ ਪਹਿਲੇ ਕੰਮ ਸਿਖਾਇਆ ਜਾਂਦਾ ਹੈ ਕਿ ਇਸ ਕੰਮ ਨੂੰ ਕਰਨਾ ਕਿੱਦਾਂ ਜੀ ਜੀ ਜੀ, ਤਾਂ ਇਟ ਮੀਨਸ ਕਿ ਜੇ ਆਪਾਂ ਸਿੱਖ ਕੇ ਕਰਾਂਗੇ ਤੈਨੂੰ ਕੋਈ ਵੀ ਕਰ ਸਕਦਾ, ਬਿਲਕੁਲ ਬਿਲਕੁਲ। ਇਹਨੂੰ ਐਨੀਵੇਅਰ ਐਨੀ ਟਾਈਮ ਐਨੀਵਨ ਕੋਈ ਵੀ ਕਰ ਸਕਦਾ। ਸੀਰਤ ਜੀ, ਬੀਇੰਗ ਅ ਲੇਡੀ, ਔਰਤ ਹੋਣ ਦੇ ਨਾਤੇ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਚਾਹੁੰਦੇ ਹੋ ਕਿ ਉਹ ਬਾਕੀ ਔਰਤਾਂ ਵਿੱਚ ਵੀ ਦਿਖਾਈ ਦੇਣ, ਜਾਂ ਫਿਰ ਸਾਡੇ ਔਰਤਾਂ ਨੂੰ ਤੁਸੀਂ ਕਿਹੜਾ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਤਾਂ ਕਿ ਉਹ ਵੀ ਆਪਣੇ ਘਰ ਚੋਂ ਕਦਮ ਬਾਹਰ ਰੱਖਣ ਤੇ ਜਿਹੜੇ ਇਸ ਮੰਜ਼ਿਲਾਂ ਨੇ ਜਿਹੜੀਆਂ ਉਹਨਾਂ ਨੇ ਸੋਚੀਆਂ ਨੇ, ਕਈ ਵਾਰ ਆਪਣਾ ਹੀ ਜਿਹੜਾ ਟੈਲੈਂਟ ਆ ਉਹ ਔਰਤਾਂ ਅੰਦਰ ਹੀ ਰੱਖ ਲੈਂਦੀਆਂ ਨੇ ਇਹ ਸੋਚ ਕੇ ਕਿ ਮੈਂ ਘਰੋਂ ਬਾਹਰ ਕਿੱਦਾਂ ਜਾਵਾਂ, ਹੋਰ ਵੀ ਬਹੁਤ ਸਾਰੇ ਕੰਮ ਨੇ, ਹਨਾ। ਤੁਸੀਂ ਪਲੀਜ਼ ਇਹਦੇ ਬਾਰੇ ਦੱਸੋ ਕਿ ਔਰਤਾਂ ਇਹ ਚੀਜ਼ਾਂ ਨੂੰ ਪਿੱਛੇ ਛੱਡ ਕੇ ਘਰੋਂ ਬਾਹਰ ਕਿਸ ਤਰੀਕੇ ਨਾਲ ਨਿਕਲਣ। ਬਿਲਕੁਲ, ਦੇਖੋ ਬਬੀਤਾ ਜੀ, ਇੱਕ ਕੋਈ ਵੀ ਇਨਸਾਨ ਹੈ ਜਦੋਂ ਉਹ ਸੋਚਦਾ ਨਾ ਕਿ ਮੈਂ ਕੁਝ ਕਰਨਾ ਹੈ ਜੀ, ਤਾਂ ਉਹ ਕਰ ਜਾਂਦਾ ਹੈ। ਐਕਚੁਅਲ ਦੇ ਵਿੱਚ ਸਭ ਤੋਂ ਪਹਿਲਾਂ ਸੋਚ ਦੀ ਗੇਮ ਹੈ। ਮੈਂ ਇਸ ਬਿਜ਼ਨਸ ਜਦੋਂ ਆਈ ਸੀਗੀ ਤਾਂ ਮੈਨੂੰ ਸਭ ਤੋਂ ਪਹਿਲੇ ਦੱਸਿਆ ਗਿਆ ਕਿ ਤੁਸੀਂ ਆਪਣੇ ਆਪ ਤੇ ਕੰਮ ਕਰਨਾ ਹੈ ਨਾ, ਪਹਿਲੇ ਆਪਣੇ ਸੌਫਟਵੇਅਰ ਤੇ ਕੰਮ ਕਰਨਾ। ਸੌਫਟਵੇਅਰ ਮਤਲਬ ਦਿਮਾਗ। ਪਹਿਲੇ ਜਦੋਂ ਆਪਾਂ ਦਿਮਾਗ ਤੋਂ ਆਪਾਂ ਸੈਟਅਪ ਹੋਵਾਂਗੇ ਕਿ ਮੈਂ ਜ਼ਿੰਦਗੀ 'ਚ ਕਰਨਾ ਕੀ ਹੈ, ਤਾਂ ਆਪਾਂ ਕਰ ਪਾਵਾਂਗੇ, ਹੈ ਨਾ। ਜਿੱਦਾਂ ਆਪਣਾ ਦਿਮਾਗ ਸੋਚਦਾ ਹੈ ਉਦਾਂ ਹੀ ਆਪਾਂ ਕਰਦੇ ਆ ਤੇ ਉਦਾਂ ਦੀਆਂ ਚੀਜ਼ਾਂ ਆਪਣੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਦਿਮਾਗ ਬਹੁਤ ਵੱਡੀ ਗੇਮ ਹੈ। ਤਾਂ ਸਭ ਤੋਂ ਪਹਿਲੇ ਜਿੱਦਾਂ ਮੈਂ ਵੀ ਸੋਚਿਆ ਸੀ ਕਿ ਨਹੀਂ, ਮੈਂ ਆਪਣੀ ਫੈਮਿਲੀ ਲਈ ਕੁਝ ਕਰਨਾ ਹੈ, ਮੈਂ ਸੁਸਾਇਟੀ ਲਈ ਕੁਝ ਕਰਨਾ ਹੈ, ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ, ਤਾਂ ਇਸ ਡਿਊਰਿੰਗ ਆਪਾਂ ਨੂੰ ਬਹੁਤ ਸਾਰੀਆਂ ਨੈਗੇਟਿਵਿਟੀਜ਼ ਨੂੰ ਵੀ ਫੇਸ ਕਰਨਾ ਪੈਂਦਾ ਹੈ। ਕਿਤੇ ਨਾ ਕਿਤੇ ਸਟਾਰਟਿੰਗ ਦੇ ਵਿੱਚ ਜੇ ਅੱਜ ਮੈਂ ਸੋਚਦੀ ਹਾਂ ਜਿਵੇਂ ਆਪਣੀ ਪੇਰੈਂਟਸ ਦੀ ਗੱਲ ਮੰਨ ਕੇ ਇਸ ਬਿਜ਼ਨਸ ਨੂੰ ਨਾ ਕੀਤੀ ਹੁੰਦੀ, ਬਿਜ਼ਨਸ 'ਚ ਪੈਰ ਨਾ ਰੱਖਿਆ ਹੁੰਦਾ ਤੇ ਮੈਂ ਸਿਰਫ ਆਪਣੀ ਸਟੱਡੀ ਤੇ ਹੀ ਫੋਕਸ ਕਰਦੀ ਔਰ ਮੇਰੇ ਦਿਮਾਗ 'ਚ ਨਾ ਆਉਂਦਾ ਕਿ ਮੈਂ ਆਪਣੇ ਪੇਰੈਂਟਸ ਨੂੰ ਸਪੋਰਟ ਕਰਦਾ ਹੈ ਜਾਂ ਪੇਰੈਂਟਸ ਦੀ ਨੈਗੇਟਿਵਿਟੀਜ਼ ਨੂੰ ਸੁਣ ਕੇ ਮੈਂ ਘਰੇ ਬੈਠ ਜਾਂਦੀ ਹੈ ਨਾ, ਤਾਂ ਇਸ ਬਿਜ਼ਨਸ ਨੂੰ ਸਟਾਰਟ ਹੀ ਨਾ ਕਰਦੀ, ਤਾਂ ਸ਼ਾਇਦ ਅੱਜ ਮੈਂ ਇਸ ਮੰਜ਼ਿਲ ਨੂੰ ਹਾਸਿਲ ਨਾ ਕਰ ਪਾਉਂਦੀ। ਤਾਂ ਉਸ ਟਾਈਮ ਤੇ ਉਹਨਾਂ ਦਾ ਰੋਕਣਾ ਵੀ ਬਿਲਕੁਲ ਜਾਇਜ਼ ਸੀਗਾ ਔਰ ਮੇਰਾ ਨਾ ਰੁਕਣਾ ਵੀ ਬਿਲਕੁਲ ਜਾਇਜ਼ ਸੀਗਾ, ਠੀਕ ਹੈ। ਔਰ ਮੈਂ ਉਸ ਨੈਗੇਟਿਵਿਟੀ ਨੂੰ ਫੇਸ ਕਰਦੇ ਹੋਏ ਬਿਲਕੁਲ ਪਿੱਛੇ ਨਹੀਂ ਦੇਖਿਆ ਔਰ ਮੈਂ ਸੋਚਿਆ ਕਿ ਨਹੀਂ, ਮੈਂ ਕੁਝ ਕਰਨਾ ਹੈ ਔਰ ਮੈਂ ਕੁਝ ਕਰਕੇ ਦਿਖਾਣਾ ਹੈ, ਠੀਕ ਹੈ। ਔਰ ਉਸ ਡਿਊਰਿੰਗ ਮੈਨੂੰ ਬਹੁਤ ਸਾਰੀ ਔਰ ਇਸ ਬਿਜ਼ਨਸ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਤੁਹਾਨੂੰ ਇੱਥੇ ਇੰਨਾ ਜ਼ਿਆਦਾ ਮੈਂਟਲੀ ਸਟਰੋਂਗ ਕੀਤਾ ਜਾਂਦਾ ਕਿ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਪ੍ਰੋਬਲਮਸ ਹੈ ਜਾਂ ਨੈਗੇਟਿਵਿਟੀ ਹੈ ਜਾਂ ਚੈਲੰਜ ਹੈ ਉਹਨੂੰ ਬਹੁਤ ਈਜ਼ੀਲੀ ਫੇਸ ਕਰ ਪਾਉਂਦੇ ਹੋ, ਹੈ ਨਾ। ਇੱਥੇ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਤੁਹਾਡਾ ਮਾਈਂਡ ਸੈਟਅਪ ਕੀਤਾ ਜਾਂਦਾ ਹੈ। ਇੱਥੇ ਸਿਰਫ ਤੁਹਾਨੂੰ ਇਹ ਨਹੀਂ ਟ੍ਰੇਨਿੰਗ ਦਿੱਤੀ ਜਾਂਦੀ ਕਿ ਸਿਹਤ ਨੂੰ ਕਿੱਦਾਂ ਅੱਛਾ ਰੱਖਣਾ ਹੈ, ਇੱਥੇ ਤੁਹਾਨੂੰ ਇਹ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਹਾਡੀ ਇਨਰ ਪਰਸਨੈਲਿਟੀ, ਤੁਹਾਨੂੰ ਇੱਕ ਵਧੀਆ ਇਨਸਾਨ ਕਿੱਦਾਂ ਬਣਨਾ ਚਾਹੀਦਾ ਹੈ,
ਤੁਹਾਡੇ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ। ਇਹ ਵੀ ਤੁਹਾਨੂੰ ਸਿਖਾਇਆ ਜਾਂਦਾ ਹੈ ਸਿਹਤ ਦੇ ਨਾਲ ਨਾਲ। ਤੁਹਾਡਾ ਬਿਹੇਵੀਅਰ ਕਿੱਦਾਂ ਹੋਣਾ ਚਾਹੀਦਾ ਆਪਣੇ ਪੇਰੈਂਟਸ ਦੇ ਪ੍ਰਤੀ, ਆਪਣੇ ਫੈਮਿਲੀ ਦੇ ਪ੍ਰਤੀ, ਆਪਣੀ ਸੁਸਾਇਟੀ ਦੇ ਪ੍ਰਤੀ। ਸਭ ਤੋਂ ਪਹਿਲੇ ਤੁਹਾਨੂੰ ਇੱਥੇ ਇੱਕ ਚੰਗਾ ਇਨਸਾਨ ਬਣਾਇਆ ਜਾਂਦਾ ਹੈ। ਠੀਕ ਹੈ, ਇਹ ਬਿਜ਼ਨਸ ਦੀ ਸਭ ਤੋਂ ਵੱਡੀ ਖਾਸੀਅਤ ਮੈਨੂੰ ਇਹੀ ਲੱਗਦੀ ਹੈ ਕਿ ਤੁਸੀਂ ਸਭ ਤੋਂ ਪਹਿਲੇ ਆਪਣੀ ਸੋਚ ਨੂੰ ਬਦਲਦੇ ਹੋ, ਆਪਣੀ ਸਿਹਤ ਨੂੰ ਬਦਲਦੇ ਹੋ, ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਕਿ ਯੈਸ ਮੈਂ ਕਿਸੇ ਨੂੰ ਬਦਲਣਾ ਹੈ। ਮੀਨਸ ਕਿ ਲੀਡ ਬਾਈ ਐਗਜ਼ਾਮਪਲ। ਠੀਕ ਹੈ ਜੀ। ਨੈਗੇਟਿਵਿਟੀਜ਼ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਾਰਕੀਟ ਦੇ ਵਿੱਚ ਜਦੋਂ ਵੀ ਆਪਾਂ ਕੁਝ ਨਵਾਂ ਕਰਨ ਬਾਰੇ ਸੋਚੀਏ ਵੀ ਉਦੋਂ ਹੀ ਨੈਗੇਟਿਵਿਟੀਜ਼ ਆਣੀਆਂ ਸ਼ੁਰੂ ਹੋ ਜਾਂਦੀਆਂ। ਲੋਕ ਕਹਿਣਾ ਸ਼ੁਰੂ ਕਰ ਦਿੰਦੇ ਨੇ ਤੂੰ ਕਿਹੜੇ ਕੰਮੀ ਪੈ ਗਿਆ ਹੈ, ਕੋਈ ਕੰਮਾਂ ਚੋਂ ਕੰਮ ਆ, ਛੱਡ ਪਰੇ, ਇਹ ਮੈਂ ਵੀ ਕੀਤਾ ਸੀ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਅਕਸਰ, ਹੈ ਨਾ ਜੀ। ਬਿਲਕੁਲ। ਔਰ ਕਹਿੰਦੇ ਕਿ ਪਰਮਾਤਮਾ ਨੇ ਤੁਹਾਨੂੰ ਪਰਖਦਾ ਹੈ। ਪਰਮਾਤਮਾ ਉਸੇ ਪਰਸਨ ਨੂੰ ਚੈਲੰਜ ਦਿੰਦਾ ਹੈ ਜਿਹੜੇ ਉਹਨੂੰ ਵਿਸ਼ਵਾਸ ਹੈ ਕਿ ਇਹ ਪਰਸਨ ਇਹਨੂੰ ਹੈਂਡਲ ਕਰ ਸਕਦਾ। ਤਾਂ ਮੈਂ ਬਲੈਸਡ ਫੀਲ ਕਰਦੀ ਹਾਂ ਕਿ ਮੇਰੀ ਲਾਈਫ ਦੇ ਵਿੱਚ ਜਿੰਨੇ ਵੀ ਚੈਲੰਜ ਆਏ ਪਰਮਾਤਮਾ ਨੇ ਮੈਨੂੰ ਉਹ ਚੈਲੰਜ ਨੂੰ ਫੇਸ ਕਰਨ ਦੀ ਪਾਵਰ ਦਿੱਤੀ। ਜੀ ਹੈ ਨਾ, ਔਰ ਮੈਂ ਉਹ ਚੈਲੰਜਸ ਨੂੰ ਈਜ਼ੀਲੀ ਫੇਸ ਕਰ ਪਾਈ ਜੀ। ਐਂਡ ਨੈਗੇਟਿਵਿਟੀਜ਼ ਤੋਂ ਮੈਨੂੰ ਇੱਕ ਬਹੁਤ ਛੋਟੀ ਜਿਹੀ ਸਟੋਰੀ ਵੀ ਯਾਦ ਆਉਂਦੀ ਹੈ ਕਿ ਮੈਂ ਸ਼ੇਅਰ ਕਰ ਸਕਦੀ ਹਾਂ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਕਹਿੰਦੇ ਇੱਕ ਵਾਰ ਇੱਕ ਗਧਾ ਤੇ ਚੀਤਾ ਹੈ ਨਾ ਜੰਗਲ ਦੇ ਵਿੱਚ ਸੀਗੇ ਜੀ। ਦੋਨੋਂ ਆਪਸ ਦੇ ਵਿੱਚ ਬਹਿਸ ਕਰ ਰਹੇ ਸੀਗੇ। ਚੀਤਾ ਕਹਿ ਰਿਹਾ ਸੀਗਾ ਕਿ ਜਿਹੜਾ ਘਾਹ ਹੈਗਾ ਉਹ ਹਰਾ ਹੈਗਾ, ਤੇ ਗਧਾ ਕਹਿ ਰਿਹਾ ਸੀ ਕਿ ਨਹੀਂ ਘਾਹ ਨੀਲਾ ਹੈਗਾ ਜੀ। ਬਾਰ-ਬਾਰ ਉਹਨਾਂ 'ਚ ਬਹਿਸ ਚੱਲ ਰਹੀ। ਕਹਿੰਦੇ ਚਲੋ ਆਪਾਂ ਚੱਲਦੇ ਆ ਸ਼ੇਰ ਕੋਲ, ਹੈ ਨਾ, ਰਾਜਾ ਹੈਗਾ ਜੰਗਲ ਦਾ, ਤੇ ਆਪਾਂ ਉਹਨੂੰ ਪੁੱਛਦੇ ਆ ਕਿ ਘਾਹ ਹਰਾ ਜਾਂ ਨੀਲਾ। ਕਿੰਨੀ ਦੇਰ ਬਹਿਸ ਤੋਂ ਬਾਅਦ ਉਹ ਚਲੇ ਗਏ ਜੰਗਲ ਦੇ ਰਾਜਾ ਕੋਲ, ਤੇ ਸ਼ੇਰ ਤੋਂ ਪੁੱਛਿਆ ਗਿਆ ਹਾਂਜੀ ਦੱਸੋ ਕੀ ਹੈਗਾ। ਤੇ ਸ਼ੇਰ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਸ਼ੇਰ ਨੂੰ ਕਹਿੰਦਾ ਚੀਤਾ ਕਹਿੰਦਾ ਤੁਸੀਂ ਦੱਸੋ ਇਹਨੂੰ ਵੀ ਘਾਹ ਹਰਾ ਜਾਂ ਨੀਲਾ। ਤੇ ਸ਼ੇਰ ਕਹਿੰਦਾ ਘਾਹ ਨੀਲਾ। ਸ਼ੇਰ ਨੇ ਬੋਲਿਆ ਘਾਹ ਨੀਲਾ। ਉਹ ਕਹਿੰਦਾ ਮਹਾਰਾਜ ਜੀ ਤੁਸੀਂ ਕਿਉਂ ਗਲਤ ਬੋਲ ਰਹੇ ਹੋ। ਉਹ ਕਹਿੰਦਾ ਚੀਤੇ ਨੂੰ ਬੋਲਿਆ ਸ਼ੇਰ ਨੇ, ਕਹਿੰਦਾ ਘਾਹ ਨੀਲਾ ਹੀ ਹੈਗਾ। ਠੀਕ ਹੈ, ਔਰ ਇਹ ਉਹਨੇ ਕਿਉਂ ਬੋਲਿਆ, ਇਹ ਉਹਨੇ ਕਿਉਂ ਬੋਲਿਆ। ਉਹ ਕਹਿੰਦਾ ਸਭ ਤੋਂ ਵੱਡਾ ਗਧਾ ਤੂੰ ਹੈਗਾ। ਜਿਹੜਾ ਬੰਦਾ ਨੈਗੇਟਿਵਿਟੀ ਦੇ ਨਾਲ ਬਹਿਸ ਕਰਦਾ ਹੈ ਨਾ, ਤਾਂ ਉਹ ਹੀ ਸਭ ਤੋਂ ਵੱਡਾ ਗਧਾ ਹੈਗਾ। ਤਾਂ ਕਹਿੰਦਾ ਕਿ ਚੀਤੇ ਨੂੰ ਜੇਲ੍ਹ ਕਰ ਦੋ ਔਰ ਇਹਨੂੰ 15 ਦਿਨ ਲਈ ਮੌਨ ਵਰਤ ਦੇ ਲਈ ਰੱਖ ਦੋ, ਹੈ ਨਾ, ਕਿਉਂਕਿ ਆਪਾਂ ਨੂੰ ਜ਼ਿੰਦਗੀ 'ਚ ਕਦੇ ਵੀ ਜਿਹੜੀ ਨੈਗੇਟਿਵਿਟੀਜ਼ ਹੁੰਦੀਆਂ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ। ਜਾਂ ਆਪਣੀ ਲਾਈਫ ਦੇ ਵਿੱਚ ਅਗਰ ਆਪਣੇ ਪੇਰੈਂਟਸ ਆਪਾਂ ਨੂੰ ਕੁਝ ਏਦਾਂ ਦਾ ਬੋਲਦੇ ਆ ਕਿ ਤੂੰ ਇਹ ਕੰਮ ਨਹੀਂ ਕਰਨਾ, ਤੂੰ ਬਿਜ਼ਨਸ ਨਹੀਂ ਕਰਨਾ, ਤਾਂ ਮੈਂ ਇਹ ਕਹਾਂਗੀ ਕਿ ਤੁਸੀਂ ਉਹਨਾਂ ਦਾ ਵਿਰੋਧ ਨਾ ਕਰਦੇ ਹੋਏ ਰਾਈਟ ਸਾਇਲੈਂਟ ਰਹੋ ਔਰ ਕੁਝ ਵੱਡਾ ਕਰਕੇ ਦਿਖਾਓ, ਕਿਉਂਕਿ ਜੋ ਤੁਸੀਂ ਕਰਦੇ ਹੋ ਫਿਰ ਆਪਣੇ ਆਪ ਜਵਾਬ ਮਿਲ ਜਾਂਦਾ ਸਭ ਨੂੰ। ਜੀ। ਔਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਅੱਖਰ ਨੇ ਉਹ ਘੱਟ ਬੋਲਦੇ ਨੇ, ਪਰ ਜ਼ਿਆਦਾ ਕੀ ਬੋਲਦਾ ਸਾਡਾ ਐਕਸ਼ਨ, ਸਾਡਾ ਕੀਤਾ ਹੋਇਆ ਜਿਹੜਾ ਕੰਮ ਆ ਉਹ ਸਾਹਮਣੇ ਆਵੇ ਤਾਂ ਅਕਸਰ ਜਿਹੜੇ ਆ ਉਹ ਦੇਖਣ ਨੂੰ ਜਿਹੜੀ ਸੱਚਾਈ ਸਾਹਮਣੇ ਲੱਗਦੀ ਆ, ਹਨਾ। ਸੋ ਸੀਰਤ ਜੀ, ਔਰਤਾਂ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਅੱਗੇ, ਜਾਂ ਤੁਹਾਡੇ ਫਿਊਚਰ ਦੇ ਵਿੱਚ ਗੋਲਸ ਕੀ ਨੇ, ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਬਿਜ਼ਨਸ ਵਿੱਚ ਆਉਣ ਲਈ? ਬਿਲਕੁਲ। ਦੇਖੋ ਹਰ ਇੱਕ ਫੀਮੇਲ ਨੂੰ ਸਭ ਤੋਂ ਪਹਿਲਾਂ ਤਾਂ ਇੰਡੀਪੈਂਡੈਂਟ ਹੋਣਾ ਚਾਹੀਦਾ, ਉਹਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਕਿਉਂਕਿ ਆਪਾਂ ਕਹੀਏ ਐਜ਼ ਅ ਫੀਮੇਲ ਦੇਖੋ ਦੀ ਮੈਰਿਜ ਵੀ ਹੋਣੀ ਆ, ਬੱਚੇ ਵੀ ਹੋਣੇ ਆ, ਰਿਸਪੌਂਸਿਬਿਲਿਟੀਜ਼ ਵਧਣੀ ਆ, ਮਹਿੰਗਾਈ ਵਧ ਰਹੀ ਆ, ਖਰਚੇ ਵੀ ਵਧਣੇ ਆ। ਆਪਣੇ ਇੱਕ ਫੀਮੇਲ ਦੇ ਆਪਣੇ ਸੁਪਨੇ ਹੋਣ ਦੇ ਨਾਲ ਨਾਲ ਆਪਣੇ ਬੱਚਿਆਂ ਲਈ ਵੀ ਸੁਪਨੇ ਹੁੰਦੇ ਆ ਜੀ। ਬਿਲਕੁਲ, ਹੈ ਨਾ। ਆਪਾਂ ਬਹੁਤ ਵਾਰ ਅੱਜ ਦੇ ਟਾਈਮ 'ਚ ਆਪਾਂ ਦੇਖਿਆ ਕਿ ਪੇਰੈਂਟਸ ਆਪਣੇ ਸੁਪਨਿਆਂ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉਹਨਾਂ ਦੀ ਇੱਕ ਅੱਛੀ ਵੈਲਬਿੰਗ ਲਈ, ਉਹਨਾਂ ਦੀ ਪੜ੍ਹਾਈ ਲਈ ਪੂਰੀ ਜ਼ਿੰਦਗੀ ਲਗਾ ਦਿੰਦੇ ਆ, ਹੈ ਨਾ। ਸਮ ਟਾਈਮ ਇਸ ਕਰਕੇ ਬੱਚੇ ਨਹੀਂ ਪੜ੍ਹ ਪਾਉਂਦੇ ਕਿਉਂਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰ ਪਾਉਂਦੇ, ਰਾਈਟ। ਮੈਂ ਕਹੂੰਗੀ ਕਿ ਇੱਕ ਮੇਲ ਤਾਂ ਇੰਡੀਪੈਂਡੈਂਟ ਹੁੰਦਾ ਹੀ ਹੈ, ਲੇਕਿਨ ਇੱਕ ਫੀਮੇਲ ਨੂੰ ਵੀ ਅੱਜ ਦੀ ਡੇਟ ਦੇ ਵਿੱਚ ਇੰਡੀਪੈਂਡੈਂਟ ਹੋਣਾ ਚਾਹੀਦਾ ਤਾਂ ਕਿ ਉਹ ਆਪਣੀ ਫੈਮਿਲੀ ਲਈ, ਆਪਣੇ ਬੱਚਿਆਂ ਲਈ ਕੁਝ ਕਰ ਪਾਵੇ। ਔਰ ਅਗਰ ਮੇਰੀ ਗੱਲ ਕਰੀਏ ਕਿ ਮੇਰਾ ਫੀਮੇਲਸ ਨੂੰ ਕੀ ਮੈਸੇਜ ਹੈ ਜਾਂ ਫੀਮੇਲਸ ਦੇ ਲਈ ਮੇਰੀ ਕੀ ਸੋਚ ਹੈਗੀ ਹੈ, ਤਾਂ ਮੇਰੀ ਇਹੀ ਸੋਚ ਹੈ ਇੱਕ ਫੀਮੇਲ ਲਈ ਕਿ ਜਿੱਦਾਂ ਇੱਕ ਫੀਮੇਲ ਨੂੰ ਨਾਰੀ ਸ਼ਕਤੀ ਬੋਲਿਆ ਜਾਂਦਾ ਹੈ ਨਾ, ਤਾਂ ਕੁਝ ਵੀ ਕਰ ਸਕਦੀ ਹੈ, ਤਾਂ ਉਹਦੇ 'ਚ ਬਹੁਤ ਸਾਰੀਆਂ ਸੁਪਰ ਪਾਵਰਸ ਹੁੰਦੀਆਂ। ਤਾਂ ਫੀਮੇਲ ਨੂੰ ਸਾਰਾ ਕੁਝ ਹੈਂਡਲ ਕਰਦੇ ਹੋਏ, ਸਭ ਕੁਝ ਫੇਸ ਕਰਦੇ ਹੋਏ ਔਰ ਆਪਣੀ ਲਾਈਫ ਦੇ ਵਿੱਚ ਸੋਚਣਾ ਚਾਹੀਦਾ ਕਿ ਮੈਂ ਕੁਝ ਵੱਡਾ ਕਰਨਾ ਹੈ ਔਰ ਮੈਂ ਸੋਸਾਇਟੀ ਲਈ ਕੁਝ ਕਰਨਾ ਹੈ। ਕਿਉਂਕਿ ਅਗਰ ਆਪਾਂ ਦੇਖਿਆ ਜਾਵੇ ਕਿ ਪਰਮਾਤਮਾ ਨੇ ਆਪਾਂ ਨੂੰ ਇਸ ਦੁਨੀਆ 'ਚ ਭੇਜਿਆ ਕਿਉਂ ਹੈ, ਇਹ ਤਾਂ ਹੈ ਨਹੀਂ ਕਿ ਆਪਾਂ ਨੂੰ ਖਾਣ ਲਈ ਭੇਜਿਆ, ਸੌਣ ਲਈ ਭੇਜਿਆ, ਜਾਂ ਸਿਰਫ ਇੱਕ ਛੋਟੀ ਜਿਹੀ ਸੈਲਰੀਜ਼ ਦੇ ਲਈ ਭੇਜਿਆ, ਹੈ ਨਾ, ਜਾਂ ਕੰਪਰੋਮਾਈਜ਼ ਕਰਨ ਲਈ ਭੇਜਿਆ। ਪਰਮਾਤਮਾ ਨੇ ਅਗਰ ਆਪਾਂ ਨੂੰ ਇਸ ਦੁਨੀਆ 'ਚ ਭੇਜਿਆ ਤਾਂ ਕੁਝ ਅਲੱਗ ਕਰਨ ਲਈ ਭੇਜਿਆ, ਆਪਣੀ ਪਹਿਚਾਨ ਬਣਾਉਣ ਲਈ ਜੀ। तुझे सुना होगा कि वैसे तो इस दुनिया में एक ही नाम के बहुत सारे इंसान होते हैं, है ना, पर आपका काम ही आपकी पहचान होती है ना। नाम तो पहचान नहीं होती, ਤੁਹਾਡੇ ਕੰਮ ਤੋਂ ਤੁਹਾਡੀ ਪਹਿਚਾਨ ਹੁੰਦੀ ਹੈ, ਠੀਕ ਹੈ। ਸੋ ਇਦਾਂ ਦੇ ਸਲੋਗਨਸ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਅੱਛੇ ਬੁੱਕਸ ਪੜੋਗੇ, ਹੈ ਨਾ, ਮੋਟੀਵੇਸ਼ਨਲ ਚੀਜ਼ਾਂ ਦੇਖੋਗੇ, ਤਦੇ ਹੀ ਤੁਹਾਡਾ ਮਾਈਂਡ ਉਸ ਤਰੀਕੇ ਨਾਲ ਚੱਲੇਗਾ, ਤਦੇ ਹੀ ਕੁਝ
ਆਪਣੇ ਲਾਈਫ ਦੇ ਵਿੱਚ ਕੁਝ ਡਿਸੀਜਨਸ ਲੈ ਪਾਓਗੇ ਤਦੇ ਕੁਝ ਤੁਸੀਂ ਵੱਡਾ ਕਰ ਪਾਓਗੇ। ਸੀਰਤ ਜੀ, ਮੇਰਾ ਅਗਲਾ ਕੁਐਸਚਨ ਤੁਹਾਨੂੰ ਇਹ ਹੈ ਕਿ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਚੀਵ ਕਰ ਚੁੱਕੀਆਂ ਜਾਂ ਤੁਹਾਡੀਆਂ ਕੀ ਅਚੀਵਮੈਂਟਸ ਰਹਿ ਚੁੱਕੀਆਂ ਨੇ ਇਸ ਬਿਜ਼ਨਸ ਦੇ ਦੌਰਾਨ? ਬਿਲਕੁਲ ਬਬੀਤਾ ਜੀ, ਅਚੀਵਮੈਂਟਸ ਤੋਂ ਦੇਖੇ ਤਾਂ ਮਤਲਬ ਅੱਜ ਬਹੁਤ ਖੁਸ਼ੀ ਹੁੰਦੀ ਹੈ ਅਗਰ ਮੈਂ ਆਪਣੀ ਲਾਈਫ ਦੇ ਵਿੱਚ 5-6 ਸਾਲ ਪਿੱਛੇ ਜਾਂਦੀ ਹਾਂ। 5-6 ਸਾਲ ਪਹਿਲਾਂ ਮੇਰੀ ਲਾਈਫ ਕਿੱਦਾਂ ਦੀ ਸੀਗੀ ਔਰ ਅੱਜ ਦੀ ਲਾਈਫ ਕਿੱਦਾਂ ਦੀ ਹੋ ਚੁੱਕੀ ਹੈ। 5-6 ਸਾਲ ਪਹਿਲੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਇਸ ਬਿਜ਼ਨਸ ਨੂੰ ਸਟਾਰਟਅਪ ਕੀਤਾ ਸੀਗਾ ਔਰ ਜਦੋਂ ਮੈਂ ਇਸ ਬਿਜ਼ਨਸ ਦੇ ਵਿੱਚ ਆਈ ਸੀਗੀ ਉਸ ਟਾਈਮ ਤੇ ਮੈਨੂੰ ਪਤਾ ਹੈ ਕਿ ਮੇਰੇ ਕੋਲ ਐਕਟਿਵਾ ਵੀ ਨਹੀਂ ਸੀਗੀ। ਅਗਰ ਮੈਂ ਕਿਤੇ ਟਰੈਵਲ ਕਰਨਾ ਸੀ ਤਾਂ ਮੈਂ ਬਾਈ ਆਟੋ ਟਰੈਵਲ ਕਰਦੀ ਸੀ ਔਰ ਕਈ ਵਾਰ ਮੈਂ ਪੈਦਲ ਟਰੈਵਲ ਕਰਦੀ ਸੀ। ਮੈਨੂੰ ਹੁੰਦਾ ਸੀਗਾ ਕਿ ਮੈਂ ਕੁਝ ਪੈਸੇ ਬਚਾ ਲਵਾਂ, ਹੈ ਨਾ। ਔਰ ਕਈ ਵਾਰ ਆਟੋ ਵਾਲੇ ਨਾਲ ਵੀ ਬਹਿਸ ਕਰਦੇ ਸੀਗੇ ਕਿ ਨਹੀਂ ਤੂੰ ਥੋੜਾ ਹੋਰ ਘੱਟ ਕਰ ਲੈ, ਇੰਨੀ ਦੂਰ ਜਾਣਾ ਉਹਨੇ ਡਬਲ ਲੈਣਾ, ਹੈ ਨਾ। ਤੇ ਉਹ ਚੀਜ਼ਾਂ ਯਾਦ ਆਉਂਦੀਆਂ ਕਈ ਵਾਰ। ਔਰ ਅੱਜ ਕਿੱਥੇ ਪਹੁੰਚ ਚੁੱਕਿਆ ਕਿ ਆਪਣੀ ਮਿਹਨਤ ਦੇ ਨਾਲ ਮੈਂ ਅਗਰ ਅਚੀਵਮੈਂਟਸ ਦੀ ਗੱਲ ਕਰਾਂ, ਮੈਂ ਕਦੀ ਨਹੀਂ ਸੋਚਿਆ ਸੀਗਾ, ਮੈਂ ਆਪਣਾ ਪਾਸਪੋਰਟ ਵੀ ਨਹੀਂ ਬਣਵਾਇਆ ਸੀ। ਮੈਨੂੰ ਕਦੀ ਯਕੀਨ ਹੀ ਨਹੀਂ ਸੀਗਾ ਕਿ ਮੈਂ ਕਦੀ ਬਾਹਰ ਵੀ ਜਾ ਸਕਦੀ ਹਾਂ, ਹੈ ਨਾ। ਬਟ ਇਸ ਪਲੇਟਫਾਰਮ ਦੇ ਮਦਦ ਨਾਲ ਮੈਂ ਹੁਣ ਤੱਕ ਮੋਰ ਦੈਨ 3 ਟਾਈਮਸ, है ना, इंटरनेशनल जा चुकी हैं और 15 तो 20 बारी मैं बायर ट्रैवल कर चुकी हैं नैशनली एंड इंटरनेशनली। एंड इस तो बाद मेरा एक जिदा मैं पहले भी शेयर किया कि एक टाइम सीगा जदों सानू घर दी कार भी सेल करनी पई सीगी और मेरा ड्रीम से इस बिजनेस च आके मैं अपने पेरेंट्स नू ब्रांड न्यू कार गिफ्ट की। एंड इस तो बाद मैरिज ਦੇ ਡਿਊਰਿੰਗ ਆਪਣੇ ਹੁੰਦਾ ਕਿ ਆਪਣੇ ਕੋਲ ਆਪਣਾ ਘਰ ਹੋਣਾ ਚਾਹੀਦਾ। ਜ਼ਿੰਦਗੀ 'ਚ ਮੇਰਾ ਡ੍ਰੀਮ ਸੀਗਾ ਕਿ ਆਪਣਾ ਘਰ ਹੋਣਾ ਚਾਹੀਦਾ ਹੈ ਨਾ। ਸੋ ਇਸ ਬਿਜ਼ਨਸ ਦੇ ਵਿੱਚ ਇੰਨੀ ਜ਼ਿਆਦਾ ਅਰਨਿੰਗ ਕਰਕੇ ਮੈਂ 75 ਲੱਖ ਰੁਪਏ ਦਾ ਘਰ ਵੀ ਪਰਚੇਸ ਕੀਤਾ ਹੈ। ਐਂਡ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਕਿ ਮੈਨੂੰ ਉਹ ਵੀ ਸੀਨ ਯਾਦ ਹੈ ਕਿ ਜਦੋਂ ਮੈਂ ਸਟੱਡੀ ਕਰਦੀ ਸੀ ਪਾਪਾ ਨੂੰ ਫੋਨ ਲਈ ਕਹਿੰਦੇ ਸੀ ਕਿ ਮੈਨੂੰ ਫੋਨ ਚਾਹੀਦਾ, ਮੈਨੂੰ ਸੈਕਿੰਡ ਹੈਂਡ ਹੀ ਲੈ ਕੇ ਦੇ ਦਿਓ, ਸਭ ਕੋਲ ਫੋਨ ਹੈ, ਮੈਨੂੰ ਵੀ ਫੋਨ ਚਾਹੀਦਾ, ਹੈ ਨਾ। ਸੋ ਉਸ ਟਾਈਮ ਤੇ ਮੈਨੂੰ ਪਤਾ ਕਿ ਕਿੰਨੇ ਚੈਲੰਜਸ ਸੀਗੇ, ਹੈ ਨਾ। ਸੈਕਿੰਡ ਹੈਂਡ ਫੋਨ ਲਿਆ ਸੀਗਾ ਔਰ ਉਹ ਵੀ ਗੱਲ ਕਰੀਏ ਕਿ ਉਹਦੀ ਵਰਥ ਦੀ ਗੱਲ ਕਰੀਏ ਤਾਂ ਮੈਂ ਵੀ 3000-3500 ਦਾ ਫੋਨ ਹੋਏਗਾ। ਐਂਡ ਮੇਰਾ ਡ੍ਰੀਮ ਬਣਿਆ ਸੀਗਾ ਕਿ ਮੈਂ ਜ਼ਿੰਦਗੀ 'ਚ ਇੰਨੀ ਮਿਹਨਤ ਕਰਨੀ ਹੈ ਕਿ ਮੈਂ ਹਮੇਸ਼ਾ ਜੋ ਵੀ ਨੰਬਰ 1 ਚੀਜ਼ ਹੋਏਗੀ ਉਹੀ ਮੈਂ ਯੂਜ਼ ਕਰਨੀ ਹੈ। ਤੇ ਅੱਜ ਦੀ ਡੇਟ ਦੇ ਵਿੱਚ ਮੈਂ ਆਪਣੇ ਆਪ ਨੂੰ 1 ਸਾਲ ਪਹਿਲੇ ਪੌਣੇ 2 ਲੱਖ ਰੁਪਏ ਦਾ ਫੋਨ ਗਿਫਟ ਕੀਤਾ, ਮੋਬਾਈਲ ਗਿਫਟ ਕੀਤਾ। ਅੱਛਾ ਸੀਰਤ ਜੀ, ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ, ਪਰ ਕਿਤੇ ਨਾ ਕਿਤੇ ਮੇਰੇ ਦਿਮਾਗ ਵਿੱਚ ਇੱਕ ਜਿਹੜੀ ਗੱਲ ਉਹ ਬਾਰ-ਬਾਰ ਘੁੰਮ ਰਹੀ ਆ ਔਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਔਰਤ ਤੋਂ ਉਹਦੀ ਜਿਹੜੀ ਉਮਰ ਤੇ ਮਰਦ ਤੋਂ ਕਦੀ ਵੀ ਉਹਦੀ ਕਮਾਈ ਨਹੀਂ ਪੁੱਛਣੀ ਚਾਹੀਦੀ, ਹੈ ਨਾ। ਪਰ ਮੇਰੇ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਗੱਲ ਘੁੰਮ ਰਹੀ ਹੈ ਕਿ ਤੁਸੀਂ ਮਹੀਨੇ ਦਾ ਕਿੰਨਾ ਜਿਹੜਾ ਆ ਉਹ ਪੈਸਾ ਕਮਾ ਲੈਂਦੇ ਆ। ਜੀ ਬਬੀਤਾ ਜੀ, ਬਹੁਤ ਅੱਛਾ ਕੁਐਸਚਨ ਹੈ ਤੁਹਾਡਾ, ਕਿਉਂਕਿ ਜਿੱਦਾਂ ਮਹਿੰਗਾਈ ਵੱਧ ਰਹੀ ਹੈ ਤਾਂ ਆਪਾਂ ਨੂੰ ਆਪਣੀ ਅਰਨਿੰਗਸ ਨੂੰ ਵੀ ਵਧਾਉਣਾ ਪੈਣਾ, ਹੈ ਨਾ। ਬਟ ਇੱਥੇ ਸਿਸਟਮ ਬਹੁਤ ਅੱਛਾ ਹੈ ਕਿ ਮੈਂ ਜਿੰਨੀ ਵੀ ਅਰਨਿੰਗ ਕਰ ਰਹੀ ਹਾਂ ਅੱਜ ਦੀ ਡੇਟ ਦੇ ਵਿੱਚ 6 ਫਿਗਰ ਅਰਨਿੰਗ ਮੈਂ ਕਰ ਰਹੀ ਹਾਂ, ਬਟ ਉਹ 6 ਫਿਗਰ ਅਰਨਿੰਗ ਦੇ ਪਿੱਛੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੀਆਂ ਬਲੇਸਿੰਗਸ ਹੈ। ਮਤਲਬ ਆਪਾਂ ਕਹਿੰਦੇ ਆ ਨਾ ਕਿ ਪੈਸਾ ਤਾਂ ਕਮਾ ਰਹੇ ਹਾਂ ਬਟ ਸਕੂਨ ਵਾਲਾ ਪੈਸਾ ਨਹੀਂ ਕਮਾਉਂਦੇ ਕਈ ਵਾਰ ਆਪਾਂ, ਹੈ ਨਾ। ਆਪਾਂ ਕਈ ਵਾਰ ਆਪਣੇ ਰਾਤ ਨੂੰ ਸੌਂਦੇ ਆ ਤਾਂ ਟੈਨਸ਼ਨਸ ਨਾਲ ਸੌਂਦੇ ਆ, ਹੈ ਨਾ। ਔਰ ਕਈ ਵਾਰ ਆਪਾਂ ਨੂੰ ਏਦਾਂ ਹੁੰਦਾ ਕਿ ਨਹੀਂ ਪੈਸਾ ਤਾਂ ਆਉਣ ਤੋਂ ਪਹਿਲੇ ਹੀ ਚਲਾ ਜਾਂਦਾ ਹੈ ਨਾ। ਇੰਨੀਆਂ ਸਾਰੀਆਂ EMIs ਆਪਣੇ ਤੇ ਹੁੰਦੀਆਂ ਜਾਂ ਬਹੁਤ ਸਾਰਾ ਆਪਣੇ ਦੇ ਉੱਪਰ ਜ਼ਿੰਮੇਵਾਰੀਆਂ ਹੁੰਦੀਆਂ। ਬਟ ਮੈਂ ਅੱਜ ਦੀ ਡੇਟ ਦੇ ਵਿੱਚ ਆਪਣੇ ਕਾਫੀ ਸਾਰੇ ਡ੍ਰੀਮਸ ਨੂੰ ਪੂਰਾ ਕਰ ਚੁੱਕੀ ਹਾਂ ਐਂਡ ਮੇਰੇ ਬਹੁਤ ਸਾਰੇ ਡ੍ਰੀਮਸ ਹੈ ਜਿਹਨੂੰ ਮੈਂ ਪੂਰਾ ਕਰਨਾ ਹੈ। ਔਰ ਮੇਰਾ ਸਭ ਤੋਂ ਵੱਡਾ ਡ੍ਰੀਮ ਹੈ ਕਿ ਮੇਰੀਆਂ ਜਿੰਨੀ ਵੀ ਸੁਸਾਇਟੀ ਦੇ ਵਿੱਚ ਫੀਮੇਲਸ ਹੈ ਉਹਨਾਂ ਦੀ ਮੈਂ ਸਪੋਰਟ ਕਰਕੇ ਉਹਨਾਂ ਨੂੰ ਉੱਪਰ ਲੈ ਕੇ ਆਣਾ ਆਪਣੇ ਨਾਲ। ਸੀਰਤ ਜੀ, ਮੈਂ ਤੁਹਾਡੇ ਨਾਲ ਜਿੰਨੀਆਂ ਵੀ ਹੁਣ ਤੱਕ ਗੱਲਾਂ ਕੀਤੀਆਂ ਮੈਂ ਇਹਨਾਂ ਦਾ ਇੱਕ ਹੀ ਕਨਕਲੂਜਨ ਕੱਢਿਆ ਜਾਂ ਇਸ ਨਤੀਜੇ ਤੇ ਪਹੁੰਚੀ ਆ ਕਿ ਔਰਤਾਂ ਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕੁਝ ਕਰ ਨਹੀਂ ਸਕਦੇ, ਹੈ ਨਾ। ਮਰਦ ਸਮਾਜ ਪ੍ਰਧਾਨ ਦੇ ਵਿੱਚ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਮਰਦ ਹੀ ਘਰੋਂ ਬਾਹਰ ਜਾ ਸਕਦਾ, ਮਰਦ ਹੀ ਘਰ ਦਾ ਕੰਮ ਕਰ ਸਕਦਾ, ਜਾਂ ਜਿਹੜੀ ਔਰਤ ਆ ਉਹ ਸਿਰਫ ਸਫਾਈ, ਝਾੜੂ ਪੋਚੇ ਜਾਂ ਫਿਰ ਖਾਣਾ ਹੀ ਬਣਾ ਸਕਦੀ ਆ, ਹੈ ਨਾ। ਤੇ ਮੈਨੂੰ ਲੱਗਦਾ ਕਿ ਹੁਣ ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਸਾਡੇ ਸਮਾਜ ਦੀਆਂ ਔਰਤਾਂ ਨੇ ਜਿਨ੍ਹਾਂ ਨੂੰ ਲੱਗਦਾ ਸੀ ਅਸੀਂ ਕੁਝ ਕਰ ਨਹੀਂ ਸਕਦੀਆਂ, ਹੈ ਨਾ, ਉਹਨਾਂ ਦੇ ਅੰਦਰ ਇੱਕ ਜਿਹੜੀ ਅੱਜ ਭਾਵਨਾ ਜ਼ਰੂਰ ਜਾਗੀ ਹੋਏਗੀ ਸਿਰਫ ਤੁਹਾਡੇ ਇੰਟਰਵਿਊ ਕਰਕੇ, ਹੈ ਨਾ। ਬਹੁਤ ਹੀ ਚੰਗੇ ਵਿਚਾਰ ਨੇ ਸੀਰਤ ਜੀ ਤੁਹਾਡੇ। ਮੈਂ ਚਾਹੁੰਦੀ ਹਾਂ ਕਿ ਰੱਬ ਏਦਾਂ ਹੀ ਤੁਹਾਡੇ ਜਿਹੜੇ ਆ ਉਹ ਭਾਗ ਲਾਵੇ, ਦਿਨ ਦੁੱਗਣੀ ਤੇ ਰਾਤ ਚੌਗਣੀ ਜਿਹੜੀ ਉਹ ਤੁਹਾਡੀ ਕਮਾਈ ਵਿੱਚ ਬਰਕਤਾਂ ਪਾਵੇ, ਹੈ ਨਾ। ਇਸ ਦੇ ਨਾਲ ਮੈਨੂੰ ਤੇ ਸੀਰਤ ਨੂੰ ਦਿਓ ਇਜਾਜ਼ਤ। ਧੰਨਵਾਦ।